PAU ਵਿੱਚ ਪਦਮ ਭੂਸ਼ਣ ਡਾਕਟਰ TS ਕਲੇਰ ਨੇ ਦਿਲ ਸੇ ਦਿਲ ਤੱਕ ਤੇ ਭਾਸ਼ਣ ਦਿੱਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਵੱਲੋਂ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਦਿਲ ਸੇ ਦਿਲ ਤੱਕ ਵਿਸ਼ੇ ਤੇ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਅਤੇ ਚੇਅਰਮੈਨ BLK ਮੈਕਸ ਹਾਰਟ ਐਂਡ ਵੈਸਕੂਲਰ ਇੰਸਟੀਚਿਊਟ ਨਵੀਂ ਦਿੱਲੀ ਪਦਮ ਭੂਸ਼ਣ ਡਾਕਟਰ TS ਕਲੇਰ ਨੇ ਆਪਣੇ ਜਾਣਕਾਰੀ ਭਰਪੂਰ ਭਾਸ਼ਣ ਹਾਜ਼ਰ ਲੋਕਾਂ ਨੂੰ ਦਿੱਤਾ। ਉਹਨਾਂ ਨੇ ਜੀਵਨ ਸ਼ੈਲੀ ਪ੍ਰਬੰਧਨ, ਕਸਰਤ ਅਤੇ ਚੰਗੀ ਨੀਂਦ ਲੈਣ ਦੇ ਨਾਲ ਇੱਕ ਤਣਾਅ ਮੁਕਤ ਜੀਵਨ ਜਿਉਣ ਤੇ ਜ਼ੋਰ ਦਿੱਤਾ ਕਿਉਂਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ। ਹਾਜ਼ਰੀਨ ਨੇ ਮਹਿਮਾਨ ਬੁਲਾਰੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਚਰਚਾ ਕੀਤੀ। ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਬੁਲਾਰੇ ਦੀ ਸ਼ਲਾਘਾ ਕੀਤੀ। IQAC ਦੇ ਕੋਆਰਡੀਨੇਟਰ ਡਾਕਟਰ ਜਗਦੀਪ ਸਿੰਘ ਸੰਧੂ ਨੇ ਬੁਲਾਰਿਆਂ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। PAU ਦੇ ਸਾਬਕਾ ਵਿਦਿਆਰਥੀ ਡਾਕਟਰ HS ਸੋਹੀ ਅਤੇ ਜਸਬੀਰ ਚੀਮਾ ਇਸ ਭਾਸ਼ਣ ਵਿੱਚ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ, ਵੱਖ-ਵੱਖ ਕਾਲਜਾਂ ਦੇ ਡੀਨ, ਨਿਰਦੇਸ਼ਕ, ਵਿਭਾਗਾਂ ਦੇ ਮੁਖੀ, ਫੈਕਲਟੀ, ਨਾਨ ਟੀਚਿੰਗ ਸਟਾਫ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਡਾਕਟਰ ਸੁਰਭੀ ਮਹਾਜਨ ਸਹਾਇਕ ਕੋਆਰਡੀਨੇਟਰ IQAC ਨੇ ਸਟੇਜ ਸੰਚਾਲਨ ਕੀਤਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚੋਂ ਤਹਿਲਕਾ ਟੀਵੀ ਲਈ ਕੈਮਰਾਮੈਨ ਨਰੇਸ਼ ਦੇ ਨਾਲ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ। Class should not stop. A token of gratitude and affection for Dr. HS Sohi, please. Once again, I thank all the dignitaries and especially Dr. Kalei for giving an inspiring lecture today. A huge round of applause for all the dignitaries. ਇਹਨਾਂ ਦਾ ਦੱਸਣ ਦਾ ਤਰੀਕਾ ਹੀ ਇਦਾਂ ਦਾ ਸੀ। ਜੇ ਮੈਂ ਹਿਸਟਰੀ ਦੱਸਾਂ ਤੇ ਇਹ ਛੋਟੇ ਜਿਹੇ ਪਿੰਡ ਦੇ ਵਿੱਚ ਪੈਦਾ ਹੋਏ ਤੇ ਉਹ ਤੋਂ ਬਾਅਦ ਮੱਝਾਂ ਵੀ ਚਾਰਦੇ ਰਹੇ, ਖੇਤਾਂ 'ਚ ਪੱਠੇ ਵੀ ਕੱਢਦੇ ਰਹੇ, ਸਨੀਆਂ ਵੀ ਰਲਾਉਂਦੇ ਰਹੇ ਤੇ ਪੜ੍ਹਦੇ ਵੀ ਰਹੇ। ਤੇ ਮੁੱਢਲੀ ਐਜੂਕੇਸ਼ਨ ਜਿਹੜੀ ਇਹਨਾਂ ਦੇ ਪਿੰਡ ਤੋਂ ਹੀ ਸ਼ੁਰੂ ਹੋਈ ਹੈ। 10 ਸਾਲ ਪਿੰਡ 'ਚ ਹੀ ਆਪਣੇ ਜਿਹੜੀ 10ਵੀਂ ਕੀਤੀ ਹੈ ਪਿੰਡ 'ਚ ਹੀ ਕੀਤੀ ਹੈ, ਜਿਹਨੂੰ ਅਸੀਂ ਤੱਪੜ ਸਕੂਲ ਕਹਿੰਦੇ ਹੁੰਦੇ ਹਾਂ। ਟਾਟ ਜਿਹੜੇ ਹੁੰਦੇ ਨੇ, ਹੁਣ ਤਾਂ ਬੱਚਿਆਂ ਨੂੰ ਪਤਾ ਨਹੀਂ ਤੱਪੜ ਕੀ ਹੁੰਦੇ ਨੇ ਕਿਉਂਕਿ ਬੈਂਚ ਹੀ ਹੁੰਦੇ ਨੇ ਸਕੂਲਾਂ ਦੇ ਵਿੱਚ। ਸੋ ਇਹ ਤੱਪੜ ਵਾਲੇ ਸਕੂਲ 'ਚ ਪੜ੍ਹੇ ਹੋਏ ਨੇ, ਪਿਓਰਲੀ ਪੇਂਡੂ ਸਕੂਲ ਦੇ ਵਿੱਚ। ਮੈਂ ਇਸ ਕਰਕੇ ਦੱਸ ਰਿਹਾ ਤੇ ਇਹਦੇ ਨਾਲ ਬੜੀ ਮੋਟੀਵੇਸ਼ਨ ਮਿਲਦੀ ਹੈ। ਜੇ ਆਪਾਂ ਛੋਟੇ ਜਿਹੇ ਸਕੂਲ 'ਚੋਂ ਤੱਪੜ ਸਕੂਲ 'ਚੋਂ ਪੜ੍ਹ ਕੇ ਤੇ ਅਸੀਂ ਇੰਨੀਆਂ ਡਿਗਰੀਆਂ PGI ਤੋਂ ਮਾਸਟਰ ਕਰ ਲਈ, ਡਾਕਟਰੇਟ ਕਰ ਲਈ ਤੇ ਉਹ ਹਰ ਇੱਕ ਬੰਦਾ ਡਰਦਾ। ਫਿਰ ਉਹਨਾਂ ਨੇ ਕਹਿੰਦੇ ਸੈਕੰਡ ਓਪੀਨੀਅਨ ਲਈ ਜੀ ਡਾਕਟਰ ਕਲੇਰ ਦਾ। ਇਹਨਾਂ ਨੇ ਸਾਰਾ ਕੁਝ ਪੁੱਛਿਆ, ਡਾਇਗਨੋਸ ਕੀਤਾ, ਕਹਿੰਦੇ ਕੋਈ ਲੋੜ ਨਹੀਂ ਹੈ। ਫਿਰ ਉਹਨਾਂ ਨੇ ਦਿਲ ਟਿਕਿਆ ਨਹੀਂ ਵੀ ਉਹ ਡਾਕਟਰ ਠੀਕ ਹੈ ਕਿ ਇਹ ਡਾਕਟਰ ਠੀਕ ਹੈ। ਫਿਰ ਉਹਨਾਂ ਦੀ ਬੇਟੀ ਸੀ USA, ਉਹਨੂੰ ਭੇਜਿਆ ਸਾਰੇ ਟੈਸਟ ਵੀ USA 'ਚ ਪਤਾ ਕਰ ਕਿ ਮੈਂ ਕੀ ਕਰਾਂ। ਤੇ ਉਹਨਾਂ ਨੇ ਵੀ ਕਿਹਾ ਜਿਹੜਾ ਡਾਕਟਰ ਕਲੇਰ ਦਾ ਓਪੀਨੀਅਨ ਹੈ ਨਾ ਉਹ ਬੈਟਰ ਹੈ, ਸਹੀ ਹੈ। ਸੋ ਉਹਨਾਂ ਨੂੰ ਕੌਨਫੀਡੈਂਸ ਆ ਗਿਆ। ਸੋ ਇਹ ਜਿਹੜੇ ਇਹਨਾਂ ਦੀ ਡਾਇਗਨੋਸਿਸ ਹੁੰਦੀ ਹੈ ਨਾ, ਉਹ ਇਹ ਨਹੀਂ ਕਿ ਕਿਸੇ ਨੂੰ ਫਸਾਉਣ ਵਾਲਾ ਕੰਮ ਹੈ। ਕੰਪਲੈਕਸ ਕੰਮ ਹੈ ਐਂਡ ਦੈਟ ਇਜ਼ ਵੈਰੀ ਗੁੱਡ ਥਿੰਗ। ਅਸੀਂ ਤੁਹਾਡੇ ਫਾਰਮ ਤੇ ਲਵਾਵਾਂਗੇ ਜੀ। ਜੇ ਤੁਸੀਂ ਐਕਸੈਪਟ ਕਰ ਲਈ ਸਾਰਿਆਂ ਨੇ ਕਰ ਲਿਆ। I'll become brand ambassador. ਤੇ ਜਿੱਦਾਂ ਫਰੂਟ ਪਲਾਂਟਸ ਆਏ ਨਾ ਇਹ ਵੀ ਲਾ ਦਿੰਦੇ। ਅਸੀਂ ਅਗਲੇ ਸੀਜ਼ਨ 'ਚ ਤੁਹਾਡੇ ਫਾਰਮ ਤੇ ਭੇਜਾਂਗੇ। ਡਨ ਹੋ ਗਿਆ ਜੀ। ਵੈਸੇ ਸਾਡੀ ਤਾਂ ਮੇਰੀ ਤਾਂ ਜ਼ਮੀਨ ਪੰਜਾਬ 'ਚ ਵੀ ਹੈ ਜੀ, ਅਸੀਂ ਪੰਜਾਬ 'ਚ ਹੀ ਲਾ ਸਕਦੇ ਹਾਂ। ਠੀਕ ਹੈ ਜੀ। ਵੀ ਹੈਵ ਅਰਾਊਂਡ ਆਈ ਥਿੰਕ 25-30 ਏਕੜ ਆਫ ਲੈਂਡ। ਮੇਰਾ ਬ੍ਰਦਰ ਦੇਖਦਾ, ਮੇਰਾ ਬ੍ਰਦਰ ਸਮਰਾਲੇ ਰਹਿੰਦਾ ਜੀ। ਠੀਕ ਹੈ ਜੀ। ਹਾਂਜੀ ਪ੍ਰੋਫੈਸਰ। ऐसा कुछ नहीं। देखो फॉर्चुनेटली पता क्या बेटा कि हार्ट डिजीज इतनी एडवांसमेंट हो गई है कि इफ ए पेशेंट इज वाइज अक्ल वाला बंदा है और उसके पास पैसे हैं तो हार्ट की वजह से मर नहीं सकता। वही है चलिए कि अगर हार्ट इतना डैमेज हो गया, टू मोडालिटीज, वन इज हार्ट ट्रांसप्लांट विच इज़ नॉट एक्सपेरिमेंटल, इज वेरी वेल therapy और 10 year survival of transplant 10 year is more than 75%। इसका मतलब अगर हम 100 बंदों का ट्रांसप्लांट करते हैं 75% will for next 10 years। 5 year survival is now 85%। अच्छा, अगर हार्ट नहीं भी मिलता
We have an artificial heart. It's called LVAD, left ventricular assist device. So there is a lot is available, but it depends upon patient's knowledge. But he has to have money. So that's a problem in many times. So मेरे मुताबिक तो, in my opinion, any country, any government should give two things free to everybody: health and education. पर मैं कुछ नहीं मैं ਤੁਸੀਂ ਐਮਪੀ ਬਣ ਗਏ ਫਿਰ ਕੀ ਕਹਿਣਾ ਚਾਹੋਗੇ ਤੁਸੀਂ हिंदी च दियो मैं एक ही चीज़ कहना चाहूँगा कि सेहत सबसे ज़रूरी है। सेहत के बारे में कोई भी अनगहली करनी, कोई भी लापरवाही करनी अच्छी नहीं है। और ये है कि बहुत कुछ हमारे हाथ में है, सब कुछ तो नहीं है लेकिन बहुत कुछ हमारे हाथ में है। जो हेल्दी लाइफस्टाइल, प्रॉपर एक्सरसाइज, योगा, मेडिटेशन, पॉजिटिव एटीट्यूड, खुश रहने की एक आदत है। वो एक आदत है। कई लोग खुश रहते हैं, कई लोग दुखी रहते हैं, और ये आदत जिनको खुश रहने की पड़ जाती है वो बहुत ब्लेस्ड हैं वो लोग। यही मेरी आदत है। डॉक्टर साहब, बहुत से डॉक्टरों से प्रोफेशन माना हुआ कि नॉर्मल चीज को भी ऑपरेशन के ही जरिए उसको निकालते हैं, उसके बारे में आप क्या कहें? देखो, ऐसी बात है कि किसी भी प्रोफेशन में गलत क्या होता है, ठीक क्या होता है, और हर जगह चीज़ें होती हैं, और सब बंदे बराबर नहीं है, ऐसे सब डॉक्टर भी बराबर नहीं है। डॉक्टर में दो चीज़ें ज़रूर होनी चाहिए, एक तो कैपेबिलिटी होनी चाहिए, दूसरे वो एथिकल डॉक्टर होना चाहिए। एथिकल का मतलब कि जो इलाज करना है वही करना चाहिए, ओवर नहीं करना चाहिए, अंडर नहीं करना चाहिए। जिस टेस्ट की ज़रूरत नहीं वो ना कराएं। लेकिन इस चीज़ पे किसी का कंट्रोल नहीं है। जैसे इसका तरीका क्या है? इसका तरीका एक ही है जो हमारे कंट्री में नहीं है, बाकी देशों में है। तरीका ये है कि मेडिकल ऑडिटिंग होनी चाहिए। मेडिकल ऑडिटिंग का मतलब ये है कि अगर मैं 50 एंजियोप्लास्टी करता हूँ महीने में, कोई तो आके मेरे चेक करे। जैसे अगर मैं ऑडिटर हूँ फॉर एग्जांपल, तो मैं तो जाऊँगा एक हॉस्पिटल में, मैं उनकी लिस्ट देखूँगा भी इन्होंने 50 ऑपरेशन करे बाईपास। मैं 2 फाइलें उठाऊँगा, उन फाइल डिटेल में पढ़ूंगा, एंजियोग्राफी देखूंगा, मेरे को पता चल जाएगा ये होनी चाहिए कि नहीं होनी चाहिए। ये चीज़ें वेस्ट सिविलाइजेशन में हैं। ऑडिटिंग, मेडिकल ऑडिटिंग मैंने बहुत लिखा गवर्नमेंट को, दिल्ली गवर्नमेंट को लिखा है, दिल्ली में भी ऑडिटिंग नहीं, ऑडिटिंग होनी चाहिए। और दूसरा, एक लोगों को मैं एक और चीज़ देता हूँ सलाह के व्हेन एवर इन डाउट गो फॉर सेकंड ओपिनियन। लेकिन सेकंड ओपिनियन भी उससे लो जो ठीक हो, ये भी एक चीज़ है। तो दूसरा ओपिनियन लेके एटलीस्ट कुछ क्लैरिटी हो सकती है। बाकी तो ये गवर्नमेंट की रिस्पॉन्सिबिलिटी है कि हमें मेडिकल ऑडिटिंग शुरू करें, और उससे बहुत फर्क पड़ता है। आप बहुत दिनों बाद पंजाब एग्रीकल्चर यूनिवर्सिटी में आए हैं, तो इसके बारे में आपकी कैसे दिल में क्या भावना थी? देखिए, बात यह है कि यूनिवर्सिटी में मैं आया तो मैं तो अपने घर ही आया हूँ ना, ये तो घर है। और मैं, ऐसी बात नहीं है कि मैं नहीं आता, बीच बीच में आता रहता हूँ। 2-3 साल की बात है, हमने एक मेडिकल CME जहाँ कॉन्फ्रेंस करी थी मैंने, पॉल ऑडिटोरियम में, वो भी करी हुई है। और बाकी दूसरे हैं कि कोई ना कोई दोस्त मित्र मेरा यूनिवर्सिटी में रहता ही है। प्रोफेसर साहब भी हमारे दोस्त है। तो यूनिवर्सिटी लाइक होम टू मी। और यूनिवर्सिटी एक अजीब चीज़ है यूनिवर्सिटी में, जो मेरी फीलिंग होती है, मैंने लगता है ये पंजाब नहीं है, ये पंजाब तो कोई ऊपर चीज़ है। उन्हें इत्थे जिहड़ा माहौल है, बाकी कैंपस बहुत अच्छा है, ग्रीनरी है, सो यू फील सम काइंड ऑफ, आई डोंट नो, आई कांट डिस्क्राइब, पर सम काइंड ऑफ सोलेस मिलती है यूनिवर्सिटी में आके। थैंक यू सर। ਸਰ ਤੁਹਾਡਾ ਕਹਿਣਾ ਜਿਹੜਾ ਲੈਕਚਰ ਦਿੱਤੇ ਨੇ ਕੀ ਕਹਿਣਾ? ਹਾਂਜੀ, ਸਾਡੀ ਬਹੁਤ ਦੇਰ ਤੋਂ ਡਿਜ਼ਾਇਰ ਸੀ ਕਿ ਅਸੀਂ ਕਲੇਰ ਸਾਹਿਬ ਦਾ ਲੈਕਚਰ ਆਪਣੀ ਯੂਨੀਵਰਸਿਟੀ 'ਚ ਵੀ ਕਰਾਈਏ, ਕਿਉਂਕਿ ਹਾਰਟਸ ਦੀਆਂ ਪ੍ਰੋਬਲਮਸ ਤਾਂ ਬਹੁਤ ਜ਼ਿਆਦਾ ਨੇ, ਯੰਗਸਟਰ ਤੋਂ ਲੈ ਕੇ ਓਲਡ ਤੱਕ। ਤੇ ਲਾਸਟ ਈਅਰ ਤੋਂ ਅਸੀਂ ਟਰਾਈ ਕਰ ਰਹੇ ਸੀ ਕਿ ਅਸੀਂ ਇਹਨਾਂ ਨੂੰ ਇੱਥੇ ਬੁਲਾਉਣਾ ਤੇ ਲੈਕਚਰ ਕਰਾਉਣਾ, ਤੇ ਇਹ ਹੁਣ ਫਿਕਸ ਅਪ ਹੋਇਆ ਤੇ ਅੱਜ ਇਹਨਾਂ ਨੇ ਲੈਕਚਰ ਕੀਤਾ ਤੇ ਬਹੁਤ ਹੀ ਇਲੂਮੀਨੇਟਿੰਗ ਟਾਕ ਸੀ ਇਹ। ਤੇ ਬਹੁਤ ਕੁਛ ਇਹਨੇ ਦੱਸਿਆ ਕਿ ਸਾਨੂੰ ਆਪਣੀ ਜਿਹੜੀ ਵਜਨ ਹੈਗਾ, ਵੇਟ ਹੈ, ਤੇ ਉਹਦਾ ਧਿਆਨ ਰੱਖਣਾ ਚਾਹੀਦਾ, ਤੇ ਸਾਡਾ ਜਿਹੜਾ ਪੇਟ ਹੈ ਜੇ ਬਾਹਰ ਨੂੰ ਆਉਂਦਾ ਉਹਦਾ ਵੀ ਧਿਆਨ ਰੱਖਣਾ ਚਾਹੀਦਾ। ਅਸੀਂ ਪੋਜ਼ਿਟਿਵ ਹੋਣਾ ਚਾਹੀਦੇ ਹਾਂ, ਸਾਡੇ ਤੇ ਹਾਈਪਰਟੈਂਸ਼ਨ ਨਹੀਂ ਹੋਣੀ ਚਾਹੀਦੀ, ਸਾਨੂੰ
ਚੰਗੇ ਕੰਮ ਕਰਨੇ ਚਾਹੀਦੇ ਆ ਜਿਨ੍ਹਾਂ 'ਚੋਂ ਖੁਸ਼ੀ ਮਿਲਦੀ ਹੈ। ਸਾਨੂੰ ਕਿਸੇ ਬਾਰੇ ਬੁਰਾ ਨਹੀਂ ਸੋਚਣਾ ਚਾਹੀਦਾ। ਜੇ ਗੁਆਂਢੀ ਹੈ ਉਹਦਾ ਵੀ ਸਾਨੂੰ ਫਾਇਦਾ ਸੋਚਣਾ ਚਾਹੀਦਾ, ਉਹਦੇ ਨਾਲ ਖੁਸ਼ੀ ਮਿਲਦੀ। ਸੋ ਬਹੁਤ ਅੱਛੀਆਂ ਗੱਲਾਂ ਇਹਨਾਂ ਨੇ ਦੱਸੀਆਂ ਕਿ ਜੇ ਆਪਾਂ ਇਹ ਅਪਣਾਈਏ ਤਾਂ ਆਪਾਂ ਆਪਣੀ ਜਿਹੜੀ ਸਿਹਤ ਹੈ ਉਹਨੂੰ ਚੰਗੀ ਰੱਖ ਸਕਦੇ ਹਾਂ, ਆਪਣਾ ਜਿਹੜਾ ਹਾਰਟ ਦੀਆਂ ਪ੍ਰੋਬਲਮਸ ਨੇ ਉਹਨਾਂ ਤੋਂ ਵੀ ਬਚ ਸਕਦੇ ਹਾਂ। ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਆਏ ਨੇ। ਥੈਂਕ ਯੂ। ਦੋਸਤੋ ਅੱਜ ਨੇ ਲੈਕਚਰ ਦਿੱਤਾ, ਇਹਦੇ ਬਾਰੇ ਥੋੜਾ ਕੀ ਕਹਿਣਾ? he is expert in his field and ਜੋ ਇਹਨਾਂ ਨੇ ਇਨਸਾਈਟਸ ਦਿੱਤੀਆਂ ਗਈਆਂ ਜਿਹੜੀਆਂ ਪਬਲਿਕ ਵਾਸਤੇ ਆ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ। ਜਿਵੇਂ ਮੇਰੇ ਤੋਂ ਪਹਿਲਾਂ ਵੀਸੀ ਸਾਹਿਬ ਨੇ ਸਾਰਾ ਦੱਸ ਹੀ ਦਿੱਤਾ ਕਿ one should be happy, cheerful, helpful, weight control, diet control and exercise. This is what I think ਚਾਹੀਦਾ ਹੈਗਾ। and ਇਹਦੇ ਤੇ ਫੋਕਸ ਕਰਨ ਤੇ 50% of problems have and 50 to 70% of the problem will be over.